हेलो एवरीवन, वेलकम यू ऑल इन योर ओन चैनल लर्न एवरीथिंग। सो ਆਪਾਂ ਕਰ ਰਹੇ ਸੀ ਕੈਮਿਸਟਰੀ ਇਨ ਡੇਲੀ ਲਾਈਫ। ਠੀਕ ਹੈ, ਇਹ ਸਾਡੇ ਸਿਲੇਬਸ ਦੇ ਵਿੱਚ ਸੀ, ਜਿਹਦੇ ਵਿੱਚ ਮੈਂ ਤੁਹਾਨੂੰ ਸਿਲੇਬਸ ਦਾ ਕਾਫੀ ਸਾਰਾ ਪਾਰਟ ਜਿਹੜਾ ਕੰਪਲੀਟ ਕਰਾ ਦਿੱਤਾ ਸੀ। ਲਾਈਕ ਉਹਦੇ ਵਿੱਚ ਨਲਜੈਸਿਕ ਸੀ, ਐਂਟੀਪੈਰਾਟਿਕ ਸੀ, ਟ੍ਰਿੰਕੁਲਾਈਜ਼ਰਸ ਸੀਗੇ। ਠੀਕ ਹੈ, ਈਵਨ ਫੂਡ ਪ੍ਰੀਜ਼ਰਵੇਟਿਵਸ ਵੀ ਆਪਾਂ ਕਰ ਲਏ ਸੀ, ਆਰਟੀਫਿਸ਼ੀਅਲ ਸਵੀਟਨਿੰਗ ਏਜੰਟ ਵੀ ਕਰ ਲਏ ਸੀ, ਬਿਕੋਜ਼ ਇਹ ਸਾਰਾ ਕੁਝ ਸਿਲੇਬਸ ਦੇ ਵਿੱਚ ਮੈਂਸ਼ਨ ਸੀਗਾ। ਠੀਕ ਹੈ, ਉਸ ਤੋਂ ਬਾਅਦ ਸਿਲੇਬਸ ਦੇ ਵਿੱਚ ਜੋ ਲਾਸਟ ਸੀਗਾ ਉਹ ਸੀਗਾ ਕਲੀਨਜ਼ਿੰਗ ਏਜੰਟ, ਸੋਪ ਡਿਟਰਜੈਂਟ ਐਂਡ ਉਸ ਤੋਂ ਬਾਅਦ ਸੀਗਾ ਕਲੀਨਜ਼ਿੰਗ ਐਕਸ਼ਨ। ਠੀਕ ਹੈ, ਸੋਪ ਦਾ। ਸੋ ਉਹ ਆਪਾਂ ਇਸ ਵੀਡੀਓ ਦੇ ਵਿੱਚ ਖਤਮ ਕਰ ਲਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਲੀਨਜ਼ਿੰਗ ਏਜੰਟ ਦੀ। ਦੇਖੋ, ਜਿਹੜੇ ਸੋਪ ਅਤੇ ਡਿਟਰਜੈਂਟ ਹੈਗੇ ਨੇ ਆਰ ਦਾ ਸਬਸਟਾਂਸ ਵਿਚ ਆਰ ਯੂਜ਼ਡ ਫॉर ਕਲੀਨਿੰਗ, ਜਿਹੜੇ ਆਪਾਂ ਕਲੀਨਿੰਗ ਲਈ ਯੂਜ਼ ਕਰਦੇ ਹਾਂ। ਸੋਪ ਆਰ ਵੈਰੀ ਪੋਪੂਲਰ ਕਲੀਨਜ਼ਿੰਗ ਏਜੰਟ, ਇਹ ਬਹੁਤ ਜ਼ਿਆਦਾ ਪੋਪੂਲਰ ਕਲੀਨਜ਼ਿੰਗ ਏਜੰਟ ਹੈਗੇ ਨੇ ਵਿਚ ਹੈਵ ਬੀਨ ਯੂਜ਼ਡ ਫॉर ਮੋਰ ਦੈਨ 2000 ਦੀ ਈਅਰ। ਮਤਲਬ ਚਲੋ ਇਹ ਸਾਨੂੰ ਇੱਦਾਂ ਨੌਲੇਜ ਜਿਹੜੀ ਹੈ ਇੰਨੀ ਇੰਪੋਰਟੈਂਟ ਨਹੀਂ ਹੈਗੀ। ਠੀਕ ਹੈ, ਬਟ ਜਸਟ ਉੱਦਾਂ ਹੀ ਰੀਡ ਕਰ ਰਹੇ, ਥੋੜ੍ਹਾ ਇੰਟਰਸਟ ਬਣ ਜਾਂਦਾ। ਸੋਪ ਆਰ ਦਾ ਮੇਨ ਤੁਸੀਂ ਇਹ 'ਚ ਨੋਟ ਕਰਨਾ, ਸੋਪ ਆਰ ਦਾ ਸੋਡੀਅਮ ਔਰ ਪੋਟਾਸ਼ੀਅਮ ਸਾਲਟ ਆਫ ਹਾਇਰ ਫੈਟੀ ਐਸਿਡ ਕੰਟੇਨਿੰਗ ਲੌਂਗ ਚੇਨ 16 to 18 ਕਾਰਬਨ ਐਟਮ। ਕਿ ਸੋਪ ਜਿਹੜੇ ਹੈਗੇ ਨੇ ਉਹ ਕਿਹਦੇ ਸਾਲਟ ਹੈਗੇ ਨੇ? ਸੋਡੀਅਮ ਔਰ ਪੋਟਾਸ਼ੀਅਮ ਸਾਲਟ ਆਫ ਹਾਇਰ ਫੈਟੀ ਐਸਿਡ, ਇਹ ਮੇਨ ਨੋਟ ਕਰਨਾ। ਅਤੇ ਚੇਨ ਜਿਹੜੀ ਲੌਂਗ ਚੇਨ 16 to 18 ਕਾਰਬਨ ਐਟਮਸ ਦੀ ਹੁੰਦੀ ਆ। ਕਾਮਨ ਐਗਜ਼ਾਮਪਲ ਦਿੱਤੀਆਂ ਜਿੱਦਾਂ ਪਾਲਮਿਟਿਕ ਐਸਿਡ, ਸਟੀਰਿਕ ਐਸਿਡ, ਓਲਿਕ ਐਸਿਡ, ਲਿਨੋਇਕ ਐਸਿਡ। ਠੀਕ ਹੈ, ਇਹਨਾਂ ਦੇ ਤੁਹਾਨੂੰ ਫਾਰਮੂਲੇ ਪਤਾ ਹੋਣੇ ਚਾਹੀਦੇ। 15 17 ਇਹ 'ਚ ਹੈਗੇ ਨੇ ਕਾਰਬਨ, ਇਹ 'ਚ ਵੀ 17, ਇਹ 'ਚ ਵੀ 17। ਠੀਕ ਹੈ, ਸੋਡੀਅਮ ਔਰ ਪੋਟਾਸ਼ੀਅਮ ਸਾਲਟ ਆਫ ਹਾਇਰ ਫੈਟੀ ਐਸਿਡ ਆਰ ਸੋਪ। ਸੋ ਮੇਨ ਲਾਈਨ ਬਾਰ-ਬਾਰ ਆ ਰਹੀ ਹੈ। ਠੀਕ ਹੈ, ਪੁੱਛਿਆ ਜਾ ਸਕਦਾ ਹਾਇਰ ਫੈਟੀ ਐਸਿਡ ਇਜ਼ ਸੋਡੀਅਮ ਅਤੇ ਪੋਟਾਸ਼ੀਅਮ। ਫੋਰ ਐਗਜ਼ਾਮਪਲ ਜਿੱਦਾਂ ਸੋਡੀਅਮ ਪਾਲਮਿਟੇਟ, ਸੋਡੀਅਮ ਸਟੀਰੇਟ, ਸੋਡੀਅਮ ਓਲੇਟ, ਜਿੱਦਾਂ ਇਹਨਾਂ ਮੂਹਰੇ ਸੋਡੀਅਮ ਲੱਗ ਗਿਆ। ਠੀਕ ਹੈ, ਸੋਪ ਆਰ ਮੇਡ ਫਰੋਮ ਦੇ ਬਣਦੇ ਕਿ ਤੋਂ ਐਨੀਮਲ ਫੈਟ ਜਾਂ ਫਿਰ ਵੈਜੀਟੇਬਲ ਆਇਲਸ ਤੋਂ। ਠੀਕ ਹੈ, ਫੈਟਸ ਐਂਡ ਆਇਲਸ ਆਰ ਐਸਟਰ ਆਫ ਹਾਇਰ ਫੈਟੀ ਐਸਿਡ ਐਂਡ ਗਲਿਸਰੋਲ। ਜਿਹੜੀਆਂ ਫੈਟਸ ਅਤੇ ਆਇਲ ਹੁੰਦੀਆਂ ਉਹ ਕਿਹਦੇ ਐਸਟਰ ਹੁੰਦੀ ਆ? ਹਾਇਰ ਫੈਟੀ ਐਸਿਡ ਅਤੇ ਗਲਿਸਰੋਲ ਦੇ। ਕਲੀਅਰ ਹੈ ਨਾ? ਦੇਖੋ ਸੋਪ ਜਿਹੜੇ ਸੀਗੇ ਉਹ ਕੀ ਸੀਗੇ? ਹਾਇਰ ਫੈਟੀ ਐਸਿਡ ਸੀਗੇ ਸੋਡੀਅਮ ਜਾਂ ਪੋਟਾਸ਼ੀਅਮ ਦੇ। ਅੱਗੇ ਉਹ ਦੱਸਿਆ ਬਣਦੇ ਕਿ ਤੋਂ ਐਨੀਮਲ ਦੀ ਫੈਟ ਜਾਂ ਵੈਜੀਟੇਬਲ ਦੇ ਆਇਲ ਤੋਂ। ਅਤੇ ਅੱਗੇ ਦੱਸਿਆ ਜਿਹੜੇ ਫੈਟ ਅਤੇ ਆਇਲ ਹੈਗੇ ਨੇ ਇਹ ਕੀ ਹੈਗੇ ਨੇ? ਐਸਟਰ ਆਫ ਹਾਇਰ ਫੈਟੀ ਐਸਿਡ ਅਤੇ ਗਲਿਸਰੋਲ। ਜਿਹੜੇ ਐਸਟਰ ਆਫ ਗਲਿਸਰੋਲ ਹੈਗੇ ਨੇ ਅਤੇ ਹਾਇਰ ਫੈਟੀ ਐਸਿਡਸ ਹੈਗੇ ਉਹਨਾਂ ਨੂੰ ਆਪਾਂ ਬੋਲਦੇ ਹਾਂ ਗਲਿਸਰਾਈਡਸ। ਠੀਕ ਹੈ, ਇਹ ਤੁਹਾਨੂੰ ਜਿਹੜਾ ਹੁੰਦਾ ਨਾ ਬਲੈਕ ਕਲਰ ਨਾਲ ਹਾਈਲਾਈਟ ਬਹੁਤ ਹੀ ਇੰਪੋਰਟੈਂਟ ਹੁੰਦਾ। ਸੋ ਪੇਪਰ 'ਚ ਡਾਇਰੈਕਟ ਹੀ ਪੁੱਛਿਆ ਜਾ ਸਕਦਾ ਦ ਐਸਟਰ ਆਫ ਗਲਿਸਰੋਲ ਐਂਡ ਹਾਇਰ ਫੈਟੀ ਐਸਿਡ ਉਹਨੂੰ ਕੀ ਕਿਹਾ ਜਾਂਦਾ? ਜਿਹੜੇ ਗਲਿਸਰੋਲ ਦੇ ਐਸਟਰ ਹੁੰਦੇ ਆ ਅਤੇ ਹਾਇਰ ਫੈਟੀ ਐਸਿਡ ਉਹਨਾਂ ਨੂੰ ਬੋਲਦੇ ਗਲਿਸਰਾਈਡਸ। ਕਲੀਅਰ? ਇਹ ਤੁਹਾਨੂੰ ਕੁਛ ਅਲੱਗ-ਅਲੱਗ ਦਿੱਤੇ ਹੋ ਐਗਜ਼ਾਮਪਲ ਦਿੱਤੀਆਂ ਹੋਈਆਂ ਆ। ਠੀਕ ਹੈ, ਜਿੱਦਾਂ ਇਹ ਤਾਂ ਦਿੱਤਾ ਹੋਇਆ ਟ੍ਰੀਸੀਰੇਟ, ਟ੍ਰਾਈਪਾਲਮੀਏਟ ਆਫ ਗਲਿਸਰੋਲ, ਗਲਿਸਰਾਈਡਸ, ਇਹ ਜਿਹੜੇ ਦੇਖੋ ਬਣਾਏ ਹੋਏ ਆ। ਠੀਕ ਹੈ, ਸੋ ਇਹ ਤੁਹਾਨੂੰ ਫਾਰਮੂਲੇ ਇਹਨਾਂ ਦੇ ਪਤਾ ਹੋਣੇ ਚਾਹੀਦੇ। ਫਾਰਮੂਲੇ ਜਾਂ ਥੋੜ੍ਹੀ ਰਿਪਰਜੈਂਟੇਸ਼ਨ ਜਿਹੜੀ ਪਤਾ ਹੋਣੀ ਚਾਹੀਦੀ ਆ। ਮੇਨ ਜਿਹੜਾ ਹਾਈਲਾਈਟਡ ਹੁੰਦਾ ਉਹ ਇੰਪੋਰਟੈਂਟ ਹੁੰਦਾ। ਹੁਣ ਜਿਹੜਾ ਪ੍ਰੋਸੈਸ ਹੈਗਾ ਆਫ ਮੇਕਿੰਗ ਸੋਪ ਬਾਈ ਹਾਈਡਰੋਲਿਸਿਸ ਆਫ ਫੈਟ ਐਂਡ ਆਇਲ, ਜਦੋਂ ਅਸੀਂ ਫੈਟ ਜਾਂ ਆਇਲ ਦੀ ਹਾਈਡਰੋਲਿਸਿਸ ਕਰਦੇ ਹਾਂ ਵਿਦ ਅਲਕਲੀਸ ਸੋਪ ਬਣਾਉਣ ਲਈ ਕੀ ਕਰਦੇ ਹਾਂ? ਦੇਖੋ ਸੋਪ ਬਣਦਾ ਕਿੱਦਾਂ? ਬਾਈ ਦੀ ਹਾਈਡਰੋਲਿਸਿਸ ਆਫ ਫੈਟ ਐਂਡ ਆਇਲਸ ਵਿਦ ਅਲਕਲੀ। ਅਸੀਂ ਹਾਈਡਰੋਲਿਸਿਸ ਕਰਨੀ ਕਿਹਦੀ? ਫੈਟ ਅਤੇ ਆਇਲ ਦੀ। ਕਿਹਦੇ ਨਾਲ ਕਰਨੀ? ਵਿਦ ਅਲਕਲੀਸ। ਉਸ ਪ੍ਰੋਸੈਸ ਨੂੰ ਬੋਲਦੇ ਸਪੋਨੀਫਿਕੇਸ਼ਨ। ਕੀ ਬੋਲਦੇ? ਸਪੋਨੀਫਿਕੇਸ਼ਨ। ਜਿਸ ਮੈਥਡ ਨਾਲ ਆਪਾਂ ਸੋਪ ਬਣਾਉਂਦੇ ਹਾਂ, ਠੀਕ ਹੈ, ਬਾਈ ਦੀ ਹਾਈਡਰੋਲਿਸਿਸ ਆਫ ਫੈਟ ਐਂਡ ਆਇਲ ਵਿਦ ਅਲਕਲੀਸ, ਉਹਨੂੰ ਬੋਲਦੇ ਸਪੋਨੀਫਿਕੇਸ਼ਨ। ਨੈਕਸਟ ਦੇਖੋ ਜੀ, ਇਹ ਦੇਖੋ ਬਣਾਇਆ ਹੋਇਆ ਆਇਲ ਅਤੇ ਫੈਟ, ਇਹਦੀ ਹਾਈਡਰੋਲਿਸਿਸ ਕੀਤੀ ਹੈ। ਤੁਹਾਡੇ ਕੋਲ ਇੱਧਰ ਕੀ ਬਣ ਗਿਆ? ਸੋਪ। ਸੋਪ ਇਜ਼ ਸੈਪਰੇਟਡ ਫਰੋਮ ਦਾ ਸੋਡੀਅਮ ਫਰੋਮ ਦਾ ਸੋਲਿਊਸ਼ਨ ਬਾਈ ਐਡੀਸ਼ਨ ਆਫ ਕਾਮਨ ਸਾਲਟ। ਥੋੜ੍ਹਾ ਜਿਹਾ ਕਾਮਨ ਸਾਲਟ ਪਾ ਕੇ ਨਾ ਇਹਨੂੰ ਅਸੀਂ ਇਹ ਤੋਂ ਜਿੱਦਾਂ ਹੁਣ ਇੱਥੇ ਪਲੱਸ ਦੋਨਾਂ ਦਾ ਮਿਕਸਚਰ ਬਣਿਆ, ਤੁਸੀਂ NaCl ਪਾ ਕੇ ਇਹਨੂੰ ਅਲੱਗ ਕਰ ਸਕਦੇ ਹੋ, ਵੀ ਪੁੱਛਿਆ ਜਾ ਸਕਦਾ। ਸਾਲਟ ਕਾਹਤੋਂ ਐਡ ਕਰਦੇ ਆਪਾਂ? ਸਾਲਟ ਇਜ਼ ਐਡਡ ਟੂ ਡਿਕਰੀਜ਼ ਦਾ ਸੋਲੂਬਿਲਿਟੀ ਆਫ ਸੋਪ, ਇਹਦੀ ਸੋਲੂਬਿਲਿਟੀ ਘਟਾਉਣ ਵਾਸਤੇ, ਐਂਡ ਇਟ ਹੈਲਪ ਟੂ ਪ੍ਰੈਸੀਪਿਟੇਟ ਆਊਟ, ਤਾਂ ਕਿ ਉਹ 'ਚੋਂ ਪ੍ਰੈਸੀਪਿਟੇਟ ਹੋ ਕੇ ਬਾਹਰ ਆ ਜਾਵੇ ਫਰੋਮ ਦਾ ਐਕੁਅਸ ਸੋਲਿਊਸ਼ਨ। ਠੀਕ ਹੈ, ਉਹਨੂੰ ਸੋਲੂਬਲ ਨਹੀਂ ਹੋਣ ਦੇਣਾ, ਉਹਨੂੰ ਪ੍ਰੈਸੀਪਿਟੇਟ ਕਰਕੇ ਬਾਹਰ ਕੱਢ ਲੈਣਾ। ਉਹ ਕਿਹਦੀ ਹੈਲਪ ਨਾਲ ਕਰਨਾ ਆਪਾਂ? ਵਿਦ ਦੀ ਹੈਲਪ ਆਫ NaCl ਯਾਨੀ ਕਾਮਨ ਸਾਲਟ ਦੀ ਹੈਲਪ ਦੇ ਨਾਲ। ਸੋਪ ਕੀ ਆ? ਇਜ਼ ਲਾਈਟਰ ਦੈਨ ਵਾਟਰ, ਪਾਣੀ ਨਾਲੋਂ ਹਲਕਾ, ਐਂਡ ਇਟ ਇਜ਼ ਫਲੋਟ ਔਨ ਦਾ ਸਰਫੇਸ ਫਰੋਮ ਵੇਅਰ ਇਟ ਇਜ਼ ਰਿਮੂਵ। ਜਿੱਥੋਂ ਵੀ ਤੁਸੀਂ ਜਿਸ ਵੀ ਸੋਲਿਊਸ਼ਨ ਤੋਂ ਰਿਮੂਵ ਕਰਨਾ ਉਹਦੇ ਉੱਪਰ ਇਹਨੇ ਫਲੋਟ ਕਰਦਾ ਹੋਣਾ। ਠੀਕ ਹੈ, ਕਿਉਂਕਿ ਉਹਦੇ ਨਾਲੋਂ ਕੀ ਹੈ? ਹਲਕਾ ਪਾਣੀ ਨਾਲੋਂ। ਅੱਗੇ ਉਹਨੇ ਬੋਲਿਆ ਦਾ ਸੋਲਿਊਸ਼ਨ ਰਿਮੇਨਿੰਗ ਬਿਹਾਈਂਡ ਕੰਟੇਨ, ਜਿਹੜਾ ਬਚ ਗਿਆ ਪਿੱਛੇ ਸੋਲਿਊਸ਼ਨ ਉਹ 'ਚ ਕੀ ਹੋਣਾ? ਗਲਿਸਰੋਲ ਅਤੇ ਸੋਡੀਅਮ ਕਲੋਰਾਈਡਸ ਹੋਣੇ ਆ। ਗਲਿਸਰੋਲ ਜਿਹੜਾ ਉਹਨੂੰ ਰਿਕਵਰ ਕਰ ਲੈਣਾ ਫਰੋਮ ਦਾ ਸੋਲਿਊਸ਼ਨ, ਕਿਉਂਕਿ ਬਹੁਤ ਹੈਲਪਫੁਲ ਆ, ਵੈਰੀ ਕੈਮੀਕਲ, ਅਲੱਗ-ਅਲੱਗ ਯੂਜ਼ਫੁਲ ਹੈ ਕੈਮੀਕਲਸ ਦੇ ਵਿੱਚ, ਜਿੱਦਾਂ ਡਰੱਗਸ ਦੇ ਵਿੱਚ, ਕਾਸਮੈਟਿਕ, ਐਕਸਪਲੋਸਿਵਸ ਦੇ ਵਿੱਚ, ਪੇਂਟਸ ਦੇ ਵਿੱਚ। ਸੋ ਇਹਨੂੰ ਵੀ ਆਪਾਂ ਵਾਪਸ ਰੀਗੇਨ ਕਰ ਲੈਣਾ। ਸੋਪ ਇਜ਼ ਮਿਕਸ ਵਿਦ ਡਿਜ਼ਾਇਰ ਕਲਰ। ਫਿਰ ਤੁਸੀਂ ਦੇਖੋ ਜਿੱਦਾਂ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਫ੍ਰੈਗਨੈਂਸ ਦੇ ਜਿਹੜੇ ਹੁੰਦੇ ਆ ਸੋਪ ਹੁੰਦੇ ਆ, ਤੁਸੀਂ ਉਹ ਕਲਰ, ਉਹ ਪਰਫਿਊਮਸ, ਉਹ ਕੈਮੀਕਲ ਸਾਰੇ ਐਡ ਕਰ ਲੈਣੇ। ਜਿੱਦਾਂ ਤੁਸੀਂ ਜੋ ਕੋਈ ਜਿੱਦਾਂ ਨਿੰਮ ਦਾ ਹੁੰਦਾ ਆ, ਠੀਕ ਹੈ, ਜਿੱਦਾਂ ਕਾਰਬੋਲਿਕ ਸੋਪ ਹੈਗੇ। ਸੋ ਮਤਲਬ ਜੇ ਮੈਡੀਕਲ ਪ੍ਰੋਪਰਟੀਜ਼ ਕੋਈ ਐਡ ਕਰਨੀ ਉਹਦੇ ਵਿੱਚ, ਠੀਕ ਹੈ, ਉਹ ਵੀ ਤੁਸੀਂ ਐਡ ਕਰ ਸਕਦੇ ਹੋ। ਠੀਕ ਹੈ, ਡਿਜ਼ਾਇਰ ਸ਼ੇਪ ਅਲੱਗ-ਅਲੱਗ ਸ਼ੇਪ ਦੇ ਹੁੰਦੇ ਆ, ਸੋ ਤੁਸੀਂ ਬਾਅਦ 'ਚ ਕਰ ਲੈਣਾ ਬਣਾਉਣ ਤੋਂ ਬਾਅਦ। ਠੀਕ ਹੈ, ਉਸ ਤੋਂ ਬਾਅਦ ਸੋਪ ਅਤੇ ਡਿਟਰਜੈਂਟ 'ਚ ਫਰਕ ਕੀ ਆ?
ਠੀਕ ਆ। ਜਿਹੜੇ ਸੋਪ ਹੈਗੇ ਨੇ ਉਹ ਸੋਡੀਅਮ ਸਾਲਟ ਹੈਗੇ ਨੇ ਲੌਂਗ ਚੇਨ ਫੈਟੀ ਐਸਿਡ, ਤੇ ਜਿਹੜੇ ਡਿਟਰਜੈਂਟ ਹੈਗੇ ਨੇ ਉਹ ਸੋਡੀਅਮ ਸਾਲਟ ਆਫ ਲੌਂਗ ਚੇਨ ਐਲਕਾइल सल्फेट और लॉन्ग चेन एल्काइल बेंजीन सल्फोनेट। देखो फर्क आ, ਉਹ 'ਚ ਸੋਡੀਅਮ ਔਰ ਪੋਟਾਸ਼ੀਅਮ ਦੇ ਹਾਇਰ ਫੈਟੀ ਐਸਿਡ ਸੀਗੇ, ਇਹਦੇ ਵਿੱਚ ਕੀ ਆ ਐਲਕਾइल सल्फेट ਜਾਂ ਫਿਰ ਐਲਕਾइल बेंजीन सल्फोनेट। ਇਹਨੂੰ ਆਪਾਂ ਐਸਿਡਿਕ ਸੋਲਿਊਸ਼ਨ ਦੇ ਵਿੱਚ ਸੋਪ ਨੂੰ ਯੂਜ਼ ਨਹੀਂ ਕਰ ਸਕਦੇ, ਬਟ ਜਿਹੜੇ ਡਿਟਰਜੈਂਟ ਆ ਉਹ ਯੂਜ਼ ਕੀਤੇ ਜਾ ਸਕਦੇ, ਇਸ ਲਈ ਜ਼ਿਆਦਾ ਫਾਇਦੇਮੰਦ ਹੁੰਦੇ। ਦੂਸਰਾ ਕਿ ਜਿਹੜੇ ਸੋਪ ਆ ਇਹਨਾਂ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਹਾਰਡ ਵਾਟਰ ਦੇ ਵਿੱਚ, ਠੀਕ ਹੈ। ਕਿਉਂ? ਦੇ ਪ੍ਰੋਡਿਊਸ ਪ੍ਰੈਸੀਪਿਟੇਟ, ਕਿਉਂਕਿ ਹਾਰਡ ਵਾਟਰ ਜਿਹੜਾ ਹੁੰਦਾ ਹੈ ਨਾ ਭਾਰਾ ਪਾਣੀ ਜਿਹਨੂੰ ਆਪਾਂ ਕਹਿ ਦਿੰਦੇ, ਸੌਰੀ ਹਾਰਡ ਵਾਟਰ ਦੇ ਵਿੱਚ ਕੀ ਹੁੰਦਾ ਆ, ਜਿਹੜੇ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੇ ਆਇਨ ਹੁੰਦੇ ਆ ਜਿਹਦੇ ਨਾਲ ਇਹ ਪ੍ਰੈਸੀਪਿਟੇਟ ਹੋ ਜਾਂਦੇ, ਠੀਕ ਹੈ। ਬਟ ਜਿਹੜੇ ਡਿਟਰਜੈਂਟ ਆ ਸਿੰਥੈਟਿਕ ਡਿਟਰਜੈਂਟ, ਇਹਨਾਂ ਨੂੰ ਆਪਾਂ ਈਵਨ ਹਾਰਡ ਵਾਟਰ ਕੀ ਆ ਜਿਹਦੇ ਵਿੱਚ ਜਿੱਦਾਂ ਮੈਗਨੀਸ਼ੀਅਮ ਕੈਲਸ਼ੀਅਮ ਦੇ ਜਿਹੜੇ ਸਾਡੇ ਕੋਲ ਆਇਨ ਹੁੰਦੇ ਆ, ਠੀਕ ਹੈ, ਕੈਲਸ਼ੀਅਮ ਮੈਗਨੀਸ਼ੀਅਮ ਦੇ, ਇਹ ਕੀ ਕਰਦੇ ਆ, ਇਹ ਇਹਨਾਂ ਨਾਲ ਪ੍ਰੈਸੀਪਿਟੇਟ ਜਿਹੜੇ ਆ ਉਹ ਨਹੀਂ ਬਣਾਉਂਦੇ, ਠੀਕ ਹੈ, ਡਿਟਰਜੈਂਟ ਜਿਹੜੇ ਆ। ਦੂਸਰਾ ਸੋਪ ਬਾਇਓਡੀਗ੍ਰੇਡੇਬਲ ਹੈਗੇ ਨੇ, ਠੀਕ ਹੈ, ਕੋਈ ਪੋਲਿਊਸ਼ਨ ਪ੍ਰੋਬਲਮ ਇਹਨਾਂ ਨਹੀਂ ਹੁੰਦੀ, ਬਟ ਇਹ ਨਾਨ ਬਾਇਓਡੀਗ੍ਰੇਡੇਬਲ ਆ। ਹਾਂ ਉੱਦਾਂ ਵਧੀਆ ਹੈਗੇ ਨੇ, ਬਟ ਪੋਲਿਊਸ਼ਨ ਦੀ ਪ੍ਰੋਬਲਮ ਇਹ ਕਰ ਦਿੰਦੇ ਆ। ਫਿਰ ਐਡਵਾਂਟੇਜ ਕੀ ਹੈਗੇ ਨੇ ਡਿਟਰਜੈਂਟ ਦੇ ਓਵਰ ਸੋਪ? ਹੁਣੇ ਤਾਂ ਤੁਹਾਨੂੰ ਦੱਸਿਆ, ਇੱਕ ਤਾਂ ਇਹ ਹਾਰਡ ਵਾਟਰ 'ਚ ਯੂਜ਼ ਕੀਤਾ ਜਾ ਸਕਦਾ, ਕਿਉਂਕਿ ਹਾਰਡ ਵਾਟਰ ਦੇ ਵਿੱਚ ਇਹ ਪ੍ਰੈਸੀਪਿਟੇਸ਼ਨ ਨਹੀਂ ਕਰਦੇ ਕੈਲਸ਼ੀਅਮ ਮੈਗਨੀਸ਼ੀਅਮ ਦੇ ਆਇਨਸ ਨਾਲ, ਠੀਕ ਹੈ। ਬਟ ਸੋਪ ਜਿਹੜੇ ਉਹ ਨਹੀਂ ਯੂਜ਼ ਕੀਤੇ ਜਾ ਸਕਦੇ। ਸਿੰਥੈਟਿਕ ਡਿਟਰਜੈਂਟ ਕੈਨ ਯੂਜ਼ ਈਵਨ ਐਸਿਡਿਕ ਮੀਡੀਅਮ ਦੇ ਵਿੱਚ, ਠੀਕ ਹੈ। ਕਿਉਂਕਿ ਇਹ ਈਜ਼ਲੀ ਡੀਕੰਪੋਜ਼ ਨਹੀਂ ਹੁੰਦੇ ਐਸਿਡਿਕ ਮੀਡੀਅਮ 'ਚ, ਪਰ ਸੋਪ ਹੋ ਜਾਂਦੇ ਆ। ਦੂਸਰਾ ਇਹ ਸਿੰਥੈਟਿਕ ਡਿਟਰਜੈਂਟ ਜ਼ਿਆਦਾ ਸੋਲੂਬਲ ਹੈਗੇ ਨੇ ਵਾਟਰ 'ਚ, ਵਧੀਆ ਤਰ੍ਹਾਂ ਘੁਲਦੇ ਨੇ। ਦੂਸਰਾ ਵਧੀਆ ਕਲੀਨਜ਼ਿੰਗ ਐਕਸ਼ਨ ਹੁੰਦਾ ਇਹਨਾਂ ਦਾ ਸੋਪ ਨਾਲੋਂ। ਲਾਸਟ ਵਾਲੀ ਗੱਲ ਹੈ ਕਿ ਸਮ ਸਿੰਥੈਟਿਕ ਡਿਟਰਜੈਂਟ ਗਿਵ ਫੋਮ ਈਵਨ ਇਨ ਦਾ ਆਈਸ ਕੋਲਡ ਵਾਟਰ, ਮਤਲਬ ਕਿ ਦੇਖੋ ਬਹੁਤ ਠੰਡਾ ਪਾਣੀ ਹੋਵੇ ਨਾ ਉੱਥੇ ਵੀ ਇਹ ਜਿਹੜੀ ਆ ਫੋਮ ਬਣਾ ਦਿੰਦੇ ਆ, ਸੋ ਉੱਥੇ ਵੀ ਇਹ ਯੂਜ਼ ਹੋ ਸਕਦੇ। ਇਹਦੇ ਐਡਵਾਂਟੇਜ ਹੈਗੇ ਜਿਹੜੇ ਪੁੱਛੇ ਜਾ ਸਕਦੇ ਆ। ਉਸ ਤੋਂ ਬਾਅਦ ਸਾਡੇ ਸਿਲੇਬਸ 'ਚ ਹੈਗਾ ਕਲੀਨਜ਼ਿੰਗ ਐਕਸ਼ਨ ਆਫ ਸੋਪ ਐਂਡ ਡਿਟਰਜੈਂਟ, ਕਿ ਕਲੀਨ ਕਰਦੇ ਕਿੱਦਾਂ ਉਹ ਨਾ, ਅਸੀਂ ਕਹਿੰਦੇ ਸਾਬਣ ਨਾਲ ਕੱਪੜੇ ਸਾਫ਼ ਹੋ ਜਾਂਦੇ, ਬਟ ਹੁੰਦੇ ਕਿੱਦਾਂ ਆ। ਦ ਕਲੀਨਜ਼ਿੰਗ ਐਕਸ਼ਨ ਆਫ ਸੋਪ ਐਂਡ ਡਿਟਰਜੈਂਟ follows the same principle. Soap and detergent consist of two parts. ਦੇਖੋ ਮੇਨ ਤਾਂ ਇਹ ਦੋ ਪਾਰਟ ਹੁੰਦੇ, ਹਾਈਡਰੋਫੋਬਿਕ ਐਂਡ ਹਾਈਡਰੋਫਿਲਿਕ। ਫੋਬਿਕ ਹੁੰਦਾ ਡਰ, ਫੋਬੀਆ ਡਰ, ਹਾਈਡਰੋ ਮਤਲਬ ਵਾਟਰ, ਫਾਈਲ ਹੁੰਦਾ ਲਵ, ਫਿਲਿਕ ਮਤਲਬ ਲਵ ਹੋ ਗਿਆ, ਹਾਈਡਰੋ ਮਤਲਬ ਵਾਟਰ। ਜਿਹੜਾ ਤਾਂ ਵਾਟਰ ਨੂੰ ਨਾਲ ਅਟਰੈਕਟਿੰਗ ਹੋਏਗਾ ਉਹ ਹਾਈਡਰੋਫਿਲਿਕ ਪਾਰਟ, ਜਿਹੜਾ ਵਾਟਰ ਤੋਂ ਰਿਪੈਲਿੰਗ ਹੋਏਗਾ ਡਰੇਗਾ ਉਹ ਜਿਹੜਾ ਹੋਏਗਾ ਹਾਈਡਰੋਫੋਬਿਕ ਪਾਰਟ। ਸੋ ਇਹਦੇ ਕੋਲ ਵੀ ਦੋ ਪਾਰਟ ਹੁੰਦੇ ਨੇ, ਇੱਕ ਨੋਨ ਪੋਲਰ, ਠੀਕ ਹੈ, ਜਿਹੜੀ ਲੌਂਗ ਚੇਨ ਆ ਇਹਨੂੰ ਨੋਨ ਪੋਲਰ ਪਾਰਟ ਕਹਿਣਾ, ਤੇ ਹੁਣ ਹਾਈਡਰੋਫੋਬਿਕ ਯਾਨੀ ਵਾਟਰ ਨੂੰ ਰਿਪੈਲ ਕਰੇਗਾ, ਵਾਟਰ ਰਿਪੈਲਿੰਗ ਪਾਰਟ ਹੋਏਗਾ, ਯਾਨੀ ਆਪ ਰਿਪੈਲ ਹੋਏਗਾ ਜਾਂ ਵਾਟਰ ਤੋਂ, ਠੀਕ ਹੈ, ਯਾਨੀ ਇਨਸੋਲੂਬਲ ਆ ਵਾਟਰ 'ਚ, ਨਹੀਂ ਵਾਟਰ 'ਚ ਘੁਲਣਾ, ਬਟ ਜਿਹੜੀ ਆਇਲ ਜਾਂ ਗਰੀਸ ਕੱਪੜਿਆਂ 'ਤੇ ਲੱਗੀ ਹੋਏਗੀ ਉਹਦੇ ਵਿੱਚ ਇਹ ਸੋਲੂਬਲ ਹੋਣਾ। ਦੂਸਰਾ ਬਚ ਗਿਆ ਇਹ ਵਾਲਾ ਆਇਨਿਕ ਪਾਰਟ, ਉਹ ਤਾਂ ਨੋਨ ਪੋਲਰ ਸੀਗਾ, ਇਹ ਆਇਨਿਕ ਪਾਰਟ ਹੋ ਗਿਆ ਜੇ ਆਇਨਸ ਹੈਗੇ ਨੇ। ਇਹ ਹੈਗਾ ਜੀ ਸਾਡੇ ਕੋਲ ਪੋਲਰ ਹੈਡ, ਇਹ ਹੈਗਾ ਵਾਟਰ ਅਟਰੈਕਟਿੰਗ, ਇਹ ਵਾਟਰ 'ਚ ਘੁਲੇਗਾ ਜਾ ਕੇ, ਪੋਲਰ ਹੈਡ ਜਿਹੜਾ ਸੋਲੂਬਲ ਹੋਏਗਾ, ਬਟ ਇਹ ਫਿਰ ਆਇਲ ਗਰੀਸ 'ਚ ਨਹੀਂ ਘੁਲੇਗਾ, ਇਸ ਲਈ ਇਹਨੂੰ ਵਾਟਰ ਅਟਰੈਕਟਿੰਗ ਜਾਂ ਫਿਰ ਹਾਈਡਰੋਫਿਲਿਕ ਪਾਰਟ ਕਹਿੰਦੇ ਆ, ਠੀਕ ਹੈ। ਇਸ ਬਣਾਏ ਹੋਏ ਦੇਖੋ ਕਿੰਨਾ ਵਧੀਆ ਐਕਸਪਲੇਨ ਕੀਤਾ ਹੀ ਪੇਪਰ 'ਚ ਪੁੱਛਿਆ ਜਾ ਸਕਦਾ। ਪਹਿਲਾਂ ਤਾਂ ਹਾਈਡਰੋਫਿਲਿਕ ਪਾਰਟ ਕਿਹੜਾ ਫੋਬਿਕ, ਜੇ ਲੌਂਗ ਚੇਨ ਉਹ ਹਾਈਡਰੋਫੋਬਿਕ ਹੋਣੀ ਹੈ, ਅਤੇ ਜਿਹੜਾ ਤੁਹਾਡੇ ਕੋਲ ਆਇਨਿਕ ਪਾਰਟ ਹੈਗਾ ਉਹ ਹਾਈਡਰੋਫਿਲਿਕ ਹੋਣਾ ਹੈ, ਠੀਕ ਹੈ। ਉਸ ਤੋਂ ਬਾਅਦ ਇਹ ਦੇਖੋ ਰਿਪਰੈਜ਼ੈਂਟੇਸ਼ਨ ਸਿੰਪਲੀ ਕੀਤੀ ਹੋਈ ਆ ਥੋੜ੍ਹੀ, ਜਿੱਥੇ ਲਿਖਿਆ ਫॉर द ਸਿੰਪਲੀਸਿਟੀ ਸੋਪ ਐਂਡ ਡਿਟਰਜੈਂਟ ਮੇ ਬੀ ਰਿਪਰੈਜ਼ੈਂਟਡ ਐਂਡ ਨੋਨ ਪੋਲਰ, ਦੇਖੋ ਟੇਲ ਇਹ ਪੋਲਰ ਹੈਡ ਦਿੱਤਾ ਹੋਇਆ ਤੁਹਾਨੂੰ, ਠੀਕ ਹੈ। Soap and detergent consist of a large hydrocarbon tail with the negatively charged head। ਇਹ ਤਾਂ ਆਪਾਂ ਦੇਖਿਆ ਉਹਨੇ ਲੌਂਗ ਚੇਨ ਆ ਵਿਦ ਇੱਕ ਹੈਡ ਆ ਜਿਹੜਾ ਚਾਰਜਡ ਹੈਗਾ ਆ, ਅਤੇ ਇਹ ਜਿਹੜੀਆਂ ਹਾਈਡਰੋਕਾਰਬਨ ਟੇਲ ਹੈਗੀਆਂ ਹਾਈਡਰੋਫੋਬਿਕ ਆ, ਦੱਸਤਾ ਮੈਂ ਤੁਹਾਨੂੰ, ਵਾਟਰ ਰਿਪੈਲਿੰਗ ਆ ਅਤੇ ਇਹ ਵਾਟਰ ਅਟਰੈਕਟਿੰਗ ਆ। ਹੁਣ ਹੁੰਦਾ ਕੀ ਹੈ, ਜਿਹੜੀ ਡਰਟ ਹੁੰਦੀ ਤੁਹਾਡੇ ਕਲੋਥ 'ਤੇ ਡਿਊ ਟੂ ਪ੍ਰੈਜ਼ੈਂਸ ਆਫ ਡਸਟ ਪਾਰਟੀਕਲ ਇਨ ਫੈਟ ਔਰ ਗਰੀਸ, ਜਿਹੜੀ ਸਟਿਕ ਹੋ ਜਾਂਦੀ ਆ ਜਾ ਕੇ ਕਲੋਥ। ਜਦੋਂ ਸੋਪ ਜਾਂ ਡਿਟਰਜੈਂਟ ਨੂੰ ਪਾਣੀ 'ਚ ਘੋਲਦੇ ਆ ਤੁਸੀਂ, ਤਾਂ ਮੋਲੀਕਿਊਲਸ ਗੈਦਰ ਟੂਗੈਦਰ ਐਜ਼ ਅ ਕਲਸਟਰ ਬਣਾਉਂਦੇ, ਉਹਨੂੰ ਕਹਿੰਦੇ ਮਾਈਸਲਸ। ਇਹ ਵੀ ਪੇਪਰ 'ਚ ਮਾਈਸਲਸ ਕੀ ਆ, ਠੀਕ ਆ। ਜਦੋਂ ਸੋਪ ਜਾਂ ਡਿਟਰਜੈਂਟ ਨੂੰ ਡਿਜ਼ੋਲਵ ਕਰਦੇ ਨਾ ਵਾਟਰ, ਜਿਹੜੀ ਮੋਲੀਕੂਲ ਗੈਦਰ ਹੋ ਜਾਂਦੇ, ਤੁਸੀਂ ਕਲਸਟਰ ਜੀ ਉੱਪਰ ਬਣੀ ਦੇਖਿਆ ਨਾ, ਉਸ ਵਾਰ ਜਦੋਂ ਘੋਲਦੇ ਪਾਣੀ ਦੇਖੋ ਉੱਪਰ, ਉਹਨੂੰ ਮਾਈਸਲਸ ਕਹਿੰਦੇ, ਮਾਈਸਲ ਫਾਰਮੇਸ਼ਨ। ਵੈਨ ਦ ਡਰਟੀ ਕਲੋਥ ਇਜ਼ ਡਿਪਡ ਇਨ ਦਾ ਸੋਪ, ਹੁਣ ਤੁਸੀਂ ਕੱਪੜੇ ਪਾ ਦਿੱਤੇ ਹੋ ਸਾਬਣ ਦੇ ਵਿੱਚ, ਡਿਟਰਜੈਂਟ ਦੇ ਵਿੱਚ, ਸੋਪ ਜਿਹੜਾ ਸੋਲਿਊਸ਼ਨ ਆ ਪਾਣੀ 'ਚ ਘੋਲਿਆ, ਤੁਸੀਂ ਡਿਟਰਜੈਂਟ ਘੋਲਿਆ ਹੈ ਨਾ, ਉਹ 'ਚ ਕੱਪੜੇ ਪਾ ਦਿੱਤੇ, ਤਾਂ ਹੁੰਦਾ ਕੀ ਹੈ, ਤਾਂ ਸੋਪ ਐਂਡ ਡਰਟ ਪਾਰਟੀਕਲ ਕਮ ਇਨ ਕੰਟੈਕਟ ਵਿਦ ਈਚ ਅਦਰ, ਇੱਕ ਦੂਜੇ ਨਾਲ ਕੰਟੈਕਟ ਰਹਿੰਦੇ, ਜਿੰਨੀ ਡਰਟ ਹੁੰਦੀ ਹੈ ਅਤੇ ਸੋਪ ਹੁਣ ਦੇਖੋ ਕੱਪੜਿਆਂ 'ਤੇ ਡਰਟ ਲੱਗੀ ਸੀਗੀ ਹੈ ਨਾ, ਉਹ ਅਤੇ ਸੋਪ ਸੋਲਿਊਸ਼ਨ ਉਹ ਆਪਸ 'ਚ ਕੰਟੈਕਟ ਦੇ ਵਿੱਚ ਆ ਗਏ, ਤਾਂ ਜਿਹੜੀ ਨੋਨ ਪੋਲਰ ਟੇਲ ਆ ਸੋਪ ਦੀ ਆਹ ਵਾਲੀ, ਇਹ ਵਾਲੀ, ਠੀਕ ਹੈ, ਉਹ ਜਾ ਕੇ ਡਿਜ਼ੋਲਵ ਹੋ ਗਈ ਇਨ ਦਾ ਨੋਨ ਪੋਲਰ ਆਇਲ ਅਤੇ ਗਰੀਸ, ਜਿਹੜੇ ਕੱਪੜਿਆਂ 'ਤੇ ਗਰੀਸ ਲੱਗੀ ਸੀ, ਕਿਉਂਕਿ ਪਾਣੀ ਤੋਂ ਤਾਂ ਰਿਪੈਲ ਕਰਦੀ, ਆਇਲ ਗਰੀਸ 'ਚ ਘੁਲ ਜਾਂਦੀ, ਉਹ 'ਚ ਘੁਲ ਗਈ,
ठीक है। जिहड़ा पोलर हैड सीगा ये वाटर के कंटैक्ट च रहूगा, रिमेन डायरैक्ट इन वाटर। एज मोर एंड मोर सोप पार्टिकल एंटर टू द ग्रीस, जिन्ने ज़्यादा ग्रीस चाहिए ने, ईच फैट और ऑयल पार्टिकल इज सराउंडेड बाय नंबर ऑफ नैगेटिवली चार्जड एंड। सो किन्ने सारे नैगेटिवली चार्जड एंड नाल घिरिया जाना, ठीक है। तो ਤੁਹਾਨੂੰ पता सिमिलर चार्ज की करते, एक दूजे ਨੂੰ रिपैल करते हैं। देखो जिदा हुण देखो सेम 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 किन्ना ऑयल ग्रीस आले दुआले पोलर हैड, ये देखो सारे बना के दिखाए, वो एक दूजे ਨੂੰ ਕੀ ਕੀਤੇ सेम सेम रिपैल, तो ऑयल तो ग्रीस ਜਿਹੜੇ ਉੱਤੋਂ ब्रेक हो गए, कपड़े तो लिथ गए, ठीक है। These are still surrounded by negatively charged polar head of soap molecule. This prevent the small globules from coming together to form big particle। छोटे छोटे बनते बस इदा दे, फिर रब डाक करके उन्होंने रबरिंग जिदा आप हत्थां नाल मलदे हैं, फिर उन्होंने मैकेनिकली आप दी हैल्प नाल उन्होंने ब्रेक करते, उहदे नाल चिपके नहीं रहन दिंदे। इन दिस मैनर grease particle can be completely broken up and it form emulsion और grease और oil contain dirt, और जी उपर बन जाती है गंदगी जी, ठीक है। फिर उन्होंने तो जी मतलब इदा फिर कपड़िया तो जी आ वो गंदगी लिथ जाती है, तो क्लीनजिंग एक्शन हो गया सोप का, मतलब सोप किद्दां क्लीन करता कपड़िया, ठीक है। उस बाद कुछ क्वेश्चन डिस्कस कर लेने। वाई डू सोप डू नॉट वर्क इन द हार्ड वाटर, क्योंकि हार्ड वाटर के मैं दसिया कैल्शियम ते मैगनीशियम के सॉल्ट होंगे, ठीक है। हार्ड वाटर इन देयरफॉर इन हार्ड वाटर गेट प्रेसिपिटेटेड एज इनसॉल्यूबल, उस कैल्शियम ते मैगनीशियम। सोप विच बीइंग इनसॉल्यूबल स्टिक टू द क्लोथ एज गमी मास and block the ability of soap to remove the oil and grease from the cloth। सो ये जी ऑयल तो ग्रीस ਨੂੰ रिमूव उत्थों नहीं होने देंगे, ठीक है। उन्हें प्रैसिपिटेट हो जाते ਜਿਹੜੇ ਉਹਦੇ ਵਿੱਚ ਇਨਸੋਲੂਬਲ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੇ ਆਇਨਸ ਹੁੰਦੇ ਆ। कैन यू यूज़ द सोप एंड डिटर्जेंट टू चैक द हार्डनैस ऑफ वाटर, बिल्कुल आप यूज़ कर सकते, चैक कर सकते हैं, क्योंकि तुहानूं पता सोप गिव इनसॉल्यूबल प्रेसिपिटेट विद कैल्शियम एंड मैगनीशियम सोप इन हार्ड वाटर, पर डिटर्जेंट ਜਿਹੜੇ ਉਹ नहीं ਦਿੰਦੇ, इसलिए तो डिटर्जेंट उत्थे यूज़ किए जा सकते ही ना, ठीक है। सो देयर फॉर सोप बट नॉट डिटर्जेंट कैन यूज़ टू चैक द हार्डनैस ऑफ वाटर। हाँ मतलब सोप किए जा सकते हैं, सॉरी इतने कि सोप किए बट डिटर्जेंट नहीं, क्योंकि डिटर्जेंट जोड़े आ जो सोप आ उन्होंने तो इनसॉल्यूबल गिव इनसॉल्यूबल प्रेसिपिटेट देने हैं ना, ठीक है। डिटर्जेंट ने तो उन्होंने घुल जाना है, ठीक है। हाउ द सिंथैटिक डिटर्जेंट बैटर दैन सोप, किद्दां है मैं तुहानूं दस्सिया जिद्दां हार्ड वाटर च यूज़ होंगे, एसिडिक वाटर दे विच भी स्ट्रॉन्ग क्लीनजिंग एक्शन हैगा इन्हां दा, ठीक है। नैक्सट जो है वो है साढ़े को अलग अलग टाइप्स डिटर्जेंट जिद्दां कटाइनिक डिटर्जेंट हो गए, इनाइनिक डिटर्जेंट हो गए, न्यूट्रल डिटर्जेंट हो गए। इन्हां 'च की फर्क आ, पहलां असीं गल करदे हां कटाइनिक डिटर्जेंट दी। कटाइनिक डिटर्जेंट किहड़े हुंदे, जिन्हां कोल जिहड़ा हाइड्रोफिलिक ग्रुप आ वो कटाइनिक आ। इह 'च मोस्टली एग्जाम्पल आउंदी साडे कोल एसीटेट, क्लोराइड्स और ब्रोमाइड्स ऑफ क्वाटनरी अमोनीयम सॉल्ट। ये तुहानूं पुछया जा सकदा कि जिहड़े एसीटेट, क्लोराइड्स या ब्रोमाइड्स हुंदे क्वाटनरी अमोनीयम सॉल्ट दे, वो किस कैटेगरी च अंडर आंदे आ, कैटाइनिक डिटर्जेंट दी। एनाइनिक ਜਿਹੜੇ ਹੈਗੇ ਆ ਉਹਨਾਂ ਵਿੱਚ एनाइनिक हाइड्रोफिलिक ग्रुप ਹੁੰਦਾ, ਜਿੱਦਾਂ ਇਹਦੇ ਵਿੱਚ लॉन्ग चेन एल्कोहल्स आ गए, ठीक है। उन्होंने तो बनते हैं, सॉरी दे आर मैन्युफैक्चर्ड फ्रॉम द लॉन्ग चेन एल्कोहल्स। एग्जाम्पल यदि दसी हुई है, पढ़ लेनी माड़ा जिहा ध्यान च रखना, क्योंकि पेपर च टाइप पूछी जा सकती। न्यूट्रल जोड़े होंगे ना ये एस्टर होंगे हाई मॉलिकुलर मास विद फैटी एसिड, ये यानी कि पोलर ग्रुप होंगे जो हाइड्रोजन बॉन्ड बनाते वाटर के नाल, एग्जाम्पल याद रखने हैं। नैक्सट लास्ट है साढ़े को बायोडिग्रेडेबल तो नॉन बायोडिग्रेडेबल डिटर्जेंट किहड़े होंगे आ। देखो जिन्हां को तो सीधियां स्ट्रेट हाइड्रोकार्बन चेन होंदियां वो तो आराम नाल डिकंपोज हो जाती माइक्रो ऑर्गेनिज्म द्वारा। कि मैं दसिया इदा डिटर्जेंट जिन्हां को सिंपल हाइड्रोकार्बन चेन सीधियां हैगियां, कोई ब्रांचिज नहीं हैगियां, वो तो ईजिली डिकंपोज हो जाते हैं, वो हो गए बायोडिग्रेडेबल डिटर्जेंट। एग्जाम्पल याद रखनी है। तो जिन्हां को ब्रांच हाइड्रोकार्बन वाले ब्रांचिज भी हैगियां वो डिकंपोज ईजिली नहीं होंगे, नॉन बायोडिग्रेडेबल च एग्जाम्पल याद रखनी, ठीक है। बस यही चंगी तरह कर लेना। जो वीडियो पसंद है मैं लाइक एंड कमेंट करके दसना। थैंक्स फॉर वॉचिंग द वीडियो।